ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਪ੍ਰੀਤ NY24 ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ। ਤੇ ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਸ਼ੋਅ ਲੈ ਕੇ ਆਏ ਹਾਂ ਜੋ ਉਹਦਾ ਨਾਮ ਹੈਗਾ ਦਾ ਵੀਜ਼ਾ ਹੈਲਪ। ਇਹਦੇ ਵਿੱਚ ਤੁਹਾਨੂੰ ਪਤਾ ਕਿ ਵੀਜ਼ਾ ਨਾਲ ਸਮੱਸਿਆਵਾਂ ਜੋ ਕਿਸੇ ਨੂੰ ਆਉਂਦੀਆਂ ਨੇ, ਦੋਸਤਾਂ ਮਿੱਤਰਾਂ ਨੂੰ ਆਉਂਦੀਆਂ ਨੇ, ਉਹਦੇ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਦਿੰਦੇ ਹਾਂ। ਤੇ ਅੱਜ ਦਾ ਜੋ ਸਾਡਾ ਵਿਸ਼ਾ ਹੈਗਾ ਉਹ ਹੈਗਾ ਜੀ ਸਟੂਡੈਂਟ ਵੀਜ਼ਾ ਲਗਾਉਣ ਤੋਂ ਬਾਅਦ ਕਈ ਵਾਰ ਰਿਫਿਊਜ਼ਲ ਆ ਜਾਂਦੀ ਹੈ, ਕਈ ਰੀਜ਼ਨ ਹੁੰਦੇ ਇਹਦੇ ਪਿੱਛੇ, ਅਸੀਂ ਉੱਤੇ ਕਰਾਂਗੇ ਚਰਚਾ। ਤੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਨੇ ਨਵਦੀਪ ਜੀ। ਨਵਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਕਰਾਂ ਤੁਹਾਡਾ ਜੀ। ਥੈਂਕ ਯੂ ਸੋ ਮਚ। ਨਵਦੀਪ ਜੀ, ਆਪਾਂ ਬਹੁਤ ਸਾਰੇ ਲੋਕਾਂ ਨਾਲ ਇਹ ਪ੍ਰੋਬਲਮ ਫੇਸ ਕਰਦੇ ਆ, ਲੋਕ ਜਾਂ ਸਟੂਡੈਂਟ ਫੇਸ ਕਰਦੇ ਆ ਕਿ ਸਟੂਡੈਂਟ ਵੀਜ਼ਾ ਲੱਗ ਜਾਂਦਾ ਹੈਗਾ, ਸੌਰੀ ਵੀਜ਼ਾ ਨਹੀਂ ਲੱਗਦਾ ਹੈਗਾ, ਬਟ ਉਹ ਫਾਈਲ ਲਗਾਉਂਦੇ ਆ ਅਤੇ ਉਹ ਰਿਜੈਕਸ਼ਨ ਆ ਜਾਂਦੀ ਆ। ਬੇਸਿਕਲੀ ਇੱਕ ਮੇਨ ਤਾਂ ਰੀਜ਼ਨ ਬਹੁਤ ਸਾਰਿਆਂ ਵਿੱਚ ਇਹ ਲਿਖਿਆ ਹੁੰਦਾ ਕਿ ਪਰਪਸ ਆਫ ਵਿਜ਼ਿਟ। ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓ ਜੀ। ਗ੍ਰੇਟ ਕੁਐਸਚਨ। ਇਹ ਪਰਪਸ ਆਫ ਵਿਜ਼ਿਟ ਜੋ ਗਰਾਊਂਡ ਹੈ ਰਿਫਿਊਜ਼ਲ ਦਾ, ਇਟ ਹੈਜ਼ ਡਾਇਰੈਕਟ ਕਨੈਕਸ਼ਨ ਕਿ ਸਟੂਡੈਂਟ ਕੀ ਪੜ੍ਹਨ ਜਾ ਰਿਹਾ। ਓਬਵੀਅਸਲੀ ਪੜ੍ਹਨ ਤਾਂ ਜਾ ਹੀ ਰਿਹਾ, ਬਟ ਕਿਹੜਾ ਪ੍ਰੋਗਰਾਮ ਪੜ੍ਹਨ ਜਾ ਰਿਹਾ, ਕਿ ਉਹ ਪ੍ਰੋਗਰਾਮ ਬੱਚੇ ਦੀ ਜੋ ਪ੍ਰੀਵੀਅਸ ਐਕੈਡੈਮਿਕ ਕੁਆਲੀਫਿਕੇਸ਼ਨ ਹੈ ਉਹਦੇ ਨਾਲ ਰੈਲੇਵੈਂਟ ਹੈ ਜਾਂ ਨਹੀਂ। ਸੋ ਇੱਕ ਇਹ ਚੀਜ਼ ਹੈ। ਇਹਦੇ ਵਿੱਚ ਆਇਲਸ ਦਾ ਵੀ ਇੱਕ ਇਸ਼ੂ ਹੈ। ਅਗਰ ਆਇਲਸ ਸਕੋਰ ਬੱਚੇ ਦਾ ਜ਼ਿਆਦਾ ਨਹੀਂ ਹੈ, ਮਤਲਬ ਲੈਟਸ ਸੇ ਕਿ ਬੱਚਾ ਕਿਸੇ ਮਾਸਟਰ ਲੈਵਲ ਦੇ ਪ੍ਰੋਗਰਾਮ ਲਈ ਜਾ ਰਿਹਾ ਆਫਟਰ ਬੈਚਲਰਸ ਇਨ ਇੰਡੀਆ, ਔਰ ਉਹਦੇ ਕੋਲ 6 ਈਚ ਔਰ ਮੋਰ ਨਹੀਂ ਹੈ। ਸੋ ਅਗਰ 5.5 ਇੱਕ ਜਾਂ 2 ਮੋਡਿਊਲਸ ਦੇ ਵਿੱਚ, ਸੋ ਉਸ ਕੇਸ ਦੇ ਵਿੱਚ ਫਿਰ ਵੀਜ਼ਾ ਆਫਿਸਰ ਉਹਨੂੰ ਇੱਦਾਂ ਅਸੈਸ ਕਰਦਾ ਕਿ ਵੀਜ਼ਾ ਆਫਿਸਰ ਨੂੰ ਲੱਗਦਾ ਕਿ ਯੂਨੀਵਰਸਿਟੀ ਦੇ ਵਿੱਚ ਅਗਰ ਪ੍ਰੋਗਰਾਮ ਹੈ ਤਾਂ ਯੂਨੀਵਰਸਿਟੀ ਦਾ ਜੋ ਕੰਟੈਂਟ ਹੈ ਪ੍ਰੋਗਰਾਮ ਦਾ ਉਹ ਥੋੜ੍ਹਾ ਡਿਫਿਕਲਟ ਹੁੰਦਾ। ਸੋ ਬੱਚੇ ਦਾ ਫਿਰ ਜੋ ਕੈਪੈਸਿਟੀ ਹੈ, ਜੋ ਬੱਚੇ ਦੀ ਲੈਂਗੁਏਜ ਐਬਿਲਿਟੀਜ਼ ਹੈ, ਉਹਦੇ ਅਕੋਰਡਿੰਗ ਉਹ ਸ਼ਾਇਦ ਲੱਗਦਾ ਉਹਨੂੰ ਕਿ ਬੱਚਾ ਕੰਪਲੀਟ ਨਹੀਂ ਕਰ ਪਾਏਗਾ, ਤਾਂ ਬੋਨਾਫਾਈਡ ਨਹੀਂ ਲੱਗਦਾ। ਤਾਂ ਉਹ ਇੱਕ ਪਰਪਸ ਆਫ ਵਿਜ਼ਿਟ ਦਾ ਕੁਐਸਚਨ ਆ ਗਿਆ। ਸੈਕਿੰਡ ਇਹ ਹੈ ਕਿ ਜਿੱਦਾਂ ਮੈਂ ਕਿਹਾ ਕਿ ਪ੍ਰੋਗਰਾਮ ਰੈਲੇਵੈਂਟ ਨਹੀਂ ਹੈ। ਸੋ ਪ੍ਰੋਗਰਾਮ ਰੈਲੇਵੈਂਟ ਨਹੀਂ, ਫॉर एग्जांपल किसी बच्चे ने बैचलर ऑफ टेक्नोलॉजी ਦੀ डिग्री है उन्होंने को और then he is going for human resource management something like that, ਟੋਟਲੀ ਡਿਫਰੈਂਸ ਹੋ ਗਿਆ, totally different हो गया। so in that case ਉਹ relevancy ਦਾ issue ਹੈ। ਉਹ ਵੀਜ਼ਾ ਕੈਨੇਡੀਅਨ ਆਫਿਸਰਸ ਉਹਨੂੰ ਥੋੜਾ ਡਿਫਰੈਂਟਲੀ ਦੇਖਦੇ ਆ ਕਿ ਅਗਰ ਪ੍ਰੋਗਰਾਮ ਰੈਲੇਵੈਂਟ ਨਹੀਂ ਹੈ ਤਾਂ ਉਹ ਥੋੜਾ ਲਾਈਕਲੀਹੁਡ ਘੱਟ ਜਾਂਦਾ ਕਿ ਵੀਜ਼ਾ ਤੁਹਾਨੂੰ ਮਿਲੇਗਾ। ਤਾਂ ਇੱਕ ਪ੍ਰੋਗਰਾਮ ਰੈਲੇਵੈਂਸੀ ਦਾ ਬੜਾ ਇਸ਼ੂ ਹੈ। ਤਾਂ ਪ੍ਰੋਗਰਾਮ ਰੈਲੇਵੈਂਟ ਹੋਣਾ ਚਾਹੀਦਾ। ਅਗਰ ਮਾਸਟਰਸ, ਅਗਰ ਬੱਚੇ ਕੋ ਬੈਚਲਰਸ ਆਫ ਟੈਕਨੋਲੋਜੀ ਹੈ ਇੰਡੀਆ 'ਚ, ਤਾਂ ਉਹ ਮਾਸਟਰ ਆਫ ਟੈਕਨੋਲੋਜੀ ਲਈ ਜਾਏ ਜਾਂ ਕੋਈ ਹੋਰ ਗ੍ਰੈਜੂਏਟ ਜਾਂ PG ਪ੍ਰੋਗਰਾਮ ਹੋਏ ਜੋ ਰੈਲੇਵੈਂਟ ਹੋਏ, ਮੇਬੀ ਇਨ ਡੇਟਾ ਐਨਾਲਿਟਿਕ। ਪਰ ਇਹ 'ਚ ਤੁਹਾਨੂੰ ਰੋਕਾਂਗਾ ਇੱਕ ਸਵਾਲ ਆ ਰਿਹਾ ਮਨ 'ਚ, ਇਹ ਆ ਰਿਹਾ ਕਿ ਕਈ ਵਾਰ ਇਹ ਹੁੰਦਾ ਕਿ ਆਪਣੇ ਇੰਡੀਆ ਦੇ ਵਿੱਚ ਜਿਵੇਂ ਹੁੰਦਾ ਕਿ ਫੈਮਿਲੀ ਪ੍ਰੈਸ਼ਰ ਕਰਕੇ ਬੰਦਾ ਕੋਈ ਕੋਰਸ ਜੁਆਇਨ ਕਰ ਲੈਂਦਾ ਹੈਗਾ, ਪਰ ਉਹਦਾ ਮਨ ਕਿਸੇ ਹੋਰ ਕੋਰਸ ਵੱਲ ਹੁੰਦਾ ਹੈ। ਬੇਸਿਕਲੀ ਕਈਆਂ ਲੋਕਾਂ ਦਾ ਮਨ ਕੰਪਿਊਟਰ ਵੱਲ ਨਹੀਂ ਹੁੰਦਾ ਹੈਗਾ, ਪਰ ਘਰ ਦੇ ਕੀ ਕਰਦੇ ਹੈਗੇ, ਫੈਮਿਲੀ ਪ੍ਰੈਸ਼ਰ ਕਰਕੇ ਉਹ ਕੰਪਿਊਟਰ ਜੁਆਇਨ ਕਰ ਲੈਂਦੇ। ਉਸਦਾ ਜੋ ਆਪਣਾ ਧਿਆਨ ਹੁੰਦਾ ਹੈਗਾ ਉਹ ਹੁੰਦਾ ਹੈਗਾ ਫੈਸ਼ਨ ਟੈਕਨੋਲੋਜੀ ਵੱਲ ਜਾਂ ਹੋਰ ਕਿਸੇ ਵੱਲ ਦੇ ਵਿੱਚ। ਹੁਣ ਬੱਚਾ ਕਰਨਾ ਚਾਹੁੰਦਾ ਫੈਸ਼ਨ ਟੈਕਨੋਲੋਜੀ, ਪਰ ਉਹਦਾ ਬੈਕਗਰਾਊਂਡ ਹੈਗਾ ਆਪਣਾ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਕੰਪਿਊਟਰ, ਤੇ ਉਹਦੇ ਵਿੱਚ ਵੀ ਫਿਰ ਕੀ ਇਹ ਰਿਜੈਕਸ਼ਨ ਦੇ ਚਾਂਸ ਪੂਰੇ ਨਹੀਂ। ਆਈ ਕੰਪਲੀਟਲੀ ਅੰਡਰਸਟੈਂਡ ਦੀ ਕੰਸਰਨ, ਕਿਉਂਕਿ ਕਈ ਵਾਰ ਇਹ ਜੈਨੂਅਨ ਕੁਐਰੀ ਹੈ। ਕਿਉਂਕਿ ਕਈ ਵਾਰ ਆਪਾਂ ਦੇਖਦੇ ਹਾਂ ਕਿ ਬੱਚੇ ਬੈਚਲਰਸ ਕਰ ਰਹੇ ਹੁੰਦੇ ਬਟ ਉਹਦਾ ਕੋਈ ਇੰਟਰਸਟ ਨਹੀਂ ਹੁੰਦਾ, ਉਹਨਾਂ ਦਾ ਇੰਟਰਸਟ ਕੋਈ ਹੋਰ ਹੀ ਹੈ। ਸੋ ਓਬਵੀਅਸਲੀ ਉਹ ਆਪਣੇ ਇੰਟਰਸਟ ਦਾ ਪ੍ਰੋਗਰਾਮ ਚੂਜ਼ ਕਰਕੇ ਕੈਨੇਡਾ ਜਾਣਾ ਪ੍ਰੈਫਰ ਕਰਦੇ, ਕਿਉਂਕਿ ਉਹ ਓਬਵੀਅਸਲੀ ਕਿਸੇ ਫੋਰਨ ਕੰਟਰੀ ਜਾਣਗੇ ਤਾਂ ਉਹਨਾਂ ਲਈ ਈਜ਼ੀ ਹੋਊਗਾ, ਅਗਰ ਉਹਦਾ ਇੰਟਰਸਟ ਵੀ ਹੋਏਗਾ ਤਾਂ ਕੰਪਲੀਟ ਕਰਨਾ ਪ੍ਰੋਗਰਾਮ। ਬਟ ਇਟਸ ਥੋੜ੍ਹਾ ਜਿਹਾ ਕੰਸਰਨ ਹੈ ਕਿ ਵੀਜ਼ਾ ਆਫਿਸਰਸ ਜੋ ਇੱਕ ਉਹਨਾਂ ਦਾ ਜੋ ਤਰੀਕਾ ਹੈ ਵੀ ਐਪਲੀਕੇਸ਼ਨਸ ਨੂੰ ਦੇਖਣ ਦਾ, ਉਹ ਅਨਫੋਰਚੂਨੇਟਲੀ ਇਹੀ ਹੈ ਕਿ ਉਹ ਪ੍ਰੋਗਰਾਮ ਰੈਲੇਵੈਂਟ ਹੋਣਾ ਚਾਹੀਦਾ। ਸੋ ਇਟ ਇਜ਼ ਸਮਹਾਓ ਅਨਫੋਰਚੂਨੇਟ ਕਿ ਉਹ ਇੱਦਾਂ ਜ਼ਿਆਦਾ ਕਰਦੇ ਆ। ਬਟ ਇਹ ਮੈਂ ਨਹੀਂ ਕਹਿ ਰਿਹਾ ਕਿ 100% ਹੀ ਰਿਫਿਊਜ਼ ਹੋ ਜਾਏਗਾ। ਅਗਰ ਤੁਸੀਂ ਵੀਜ਼ਾ ਆਫਿਸਰ ਨੂੰ ਸਬਜੈਕਟਿਵਲੀ ਸੈਟਿਸਫਾਈ ਕਰ ਸਕਦੇ ਹੋ ਕਿ ਹਾਂ ਇਹ ਤੁਸੀਂ ਕਿਉਂ ਚੂਜ਼ ਕਰ ਰਹੇ ਹੋ ਐਂਡ ਐਵਰੀਥਿੰਗ। ਕਈ ਵਾਰ ਵੀਜ਼ਾ ਆਫਿਸਰਸ ਉਹ ਤਾਂ ਬਿਲੀਵ ਵੀ ਕਰਦੇ ਔਰ ਕਈ ਵਾਰ ਤੁਹਾਨੂੰ ਵੀਜ਼ਾ ਦੇ ਦਿੰਦੇ, ਬਟ ਦੀ ਚਾਂਸਸ ਆਰ ਵੈਰੀ ਲੈਸ ਅਗਰ ਤੁਸੀਂ ਇਰਰੈਲੇਵੈਂਟ ਪ੍ਰੋਗਰਾਮ। ਕਿੰਨੇ % ਚਾਂਸ ਨੇ ਵੈਸੇ? ਆਈ ਵੁੱਡ ਸੇ ਲੈਸ ਦੈਨ 20% ਚਾਂਸ ਕਿ ਤੁਹਾਨੂੰ ਵੀਜ਼ਾ ਮਿਲ ਜਾਏਗਾ। ਤੇ ਇੱਕ ਹੋਰ ਆ ਰਿਹਾ ਫੰਡ ਹੀ ਆ ਰਿਹਾ। ਬੇਸਿਕਲੀ ਫੰਡ ਬਾਰੇ ਵੀ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਕਿ ਫੰਡ ਜੈਨੂਅਨ ਸੀਗੇ ਨਹੀਂ ਸੀਗੇ। ਲਾਸਟ ਟਾਈਮ ਨਿਊਜ਼ੀਲੈਂਡ ਬਾਰੇ ਦੇਖਿਆ ਹੋਊਗਾ ਤੁਸੀਂ ਸ਼ਾਇਦ, ਕਾਫੀ ਸਾਰੇ ਲੋਕਾਂ ਦੇ ਉੱਥੋਂ ਵਾਪਸ ਮੋੜਿਆ ਗਿਆ ਉਹਨਾਂ ਨੂੰ, ਕਿਉਂਕਿ ਇੱਕੋ ਫੰਡ ਸੀ, ਸਾਰਿਆਂ ਨੇ ਇੱਕੋ ਫੰਡ ਹੀ ਸ਼ੋਅ ਕੀਤੇ ਹੋਏ ਸੀਗੇ। ਕਿ ਫੰਡਸ ਦਾ ਵੀ ਇਹ 'ਚ ਮੇਜਰ ਰੋਲ ਹੈ। ਦੇਖੋ ਕੈਨੇਡਾ 'ਚ ਤਾਂ ਇਟਸ ਵੈਰੀ ਸਿੰਪਲ ਕਿ ਅੰਡਰ STS ਸਟੂਡੈਂਟ ਡਾਇਰੈਕਟ ਸਟਰੀਮ, ਉਹਦੇ ਨਾਲ ਸਿੰਪਲੀ ਯੂ ਪੇ ਦੀ 1 year ਫੀ ਐਂਡ ਯੂ ਪੇ ਦੀ GSE ਅਮਾਊਂਟ ਐਂਡ ਯੂ ਆਰ ਆਲ ਡਨ। ਸੋ ਉਸ ਤੋਂ ਬਾਅਦ ਅਗਰ ਤੁਸੀਂ ਐਡੀਸ਼ਨਲ ਅਮਾਊਂਟ ਦਿਖਾਉਣੀ ਹੈ ਦਿਖਾ ਦਿਓ, ਜਸਟ ਫॉर योर ਸੈਟਿਸਫੈਕਸ਼ਨ, ਕੋਈ ਮੈਂਡੇਟਰੀ ਨਹੀਂ ਹੈ। ਵੀ ਆਲਵੇਜ਼ ਰੈਕਮੈਂਡ ਕਿ ਅਗਰ ਪੇਰੈਂਟਸ ਕੋਲ ਐਡੀਸ਼ਨਲ ਅਮਾਊਂਟ ਹੈ ਆਫਟਰ ਪੇਇੰਗ ਦੀ 1 year ਫੀ ਐਂਡ GSE ਉਹ ਦਿਖਾ ਦੇਣ। ਐਡੀਸ਼ਨਲੀ ਉਹ CA ਰਿਪੋਰਟ ਦੀ ਐਸਟੈਬਲਿਸ਼ਮੈਂਟ ਐਂਡ ਐਵਰੀਥਿੰਗ ਜੋ ਵੀ ਇਹਨਾਂ ਦੇ ਐਸੈਟਸ ਹੈ ਉਹ ਦਿਖਾ ਸਕਦੇ ਆ। ਸੋ ਦੈਟਸ ਆਲਵੇਜ਼ ਪੋਜ਼ਿਟਿਵ। ਤੁਸੀਂ ਸ਼ਾਇਦ ਪੁੱਛ ਰਹੇ ਹੋ ਕਿ ਡਾਕੂਮੈਂਟਸ ਕੀ ਚਾਹੀਦੇ ਉਹਦੇ ਵਾਸਤੇ, ਰਾਈਟ?
ਸੋ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਫੰਡ ਵਿੱਚ ਇਹ ਹੁੰਦਾ ਨਾ ਕਈ ਵਾਰ ਕਿ ਕਿੰਨੇ ਕੁ ਪੁਰਾਣੇ ਹੋਣੇ ਚਾਹੀਦੇ ਆ। ਕਈ ਥਾਂ ਤੇ ਲਿਖਿਆ ਹੁੰਦਾ ਕਿ ਅਸੀਂ 6 ਮਹੀਨੇ ਪੁਰਾਣੇ ਜਾਂ 3 ਮਹੀਨੇ ਪੁਰਾਣੇ ਫੰਡ ਜਾਂ ਪੁਰਾਣੇ ਫੰਡਾਂ ਦੀ ਲੋੜ ਨਹੀਂ, ਆਪਾਂ ਜੋ ਐਡਵਰਟਾਈਜ਼ਮੈਂਟ ਦੇਖਦੇ ਆ ਇਹਦੇ ਬਾਰੇ ਥੋੜ੍ਹਾ ਜਾਣਨਾ ਪਾਇਆ ਜੀ। ਦੇਖੋ ਕੈਨੇਡਾ 'ਚ ਕੋਈ ਜ਼ਿਆਦਾ ਇੱਦਾਂ ਕੋਈ ਮੈਂਡੇਟਰੀ ਰਿਕੁਆਇਰਮੈਂਟ ਨਹੀਂ ਹੈ ਕਿ ਤੁਹਾਨੂੰ 4 ਮੰਥਸ ਜਾਂ 6 ਮੰਥਸ ਚਾਹੀਦੇ 올ਡ। ਪ੍ਰੈਫਰੇਬਲੀ ਅਗਰ ਤੁਹਾਡੇ ਕੋਲ ਹੈ 4 ਜਾਂ 6 ਮੰਥਸ 올ਡ, ਤੁਸੀਂ ਡੈਫੀਨਿਟਲੀ ਬੈਂਕ ਸਟੇਟਮੈਂਟਸ ਲਗਾ ਸਕਦੇ ਹੋ ਆਪਣੇ ਪੇਰੈਂਟਸ ਦੀਆਂ, ਸੋ ਦੈਟ ਯੂ ਨੋ ਵੀਜ਼ਾ ਆਫਿਸਰ ਨੂੰ ਇੱਕ ਮੈਸੇਜ ਮਿਲ ਜਾਏ ਕਿ ਯੈਸ ਯੂ ਆਰ ਹੈਵਿੰਗ ਯੂਰ ਪੇਰੈਂਟਸ ਆਰ ਹੈਵਿੰਗ ਜੈਨੂਇਨ ਫੰਡਸ। ਐਡੀਸ਼ਨਲੀ ਤੁਹਾਨੂੰ ਉਹ ਵੀ ਦਿਖਾਉਣ ਦੀ ਲੋੜ ਨਹੀਂ। ਅਗਰ ਤੁਸੀਂ ਆਪਣੇ ਬੈਂਕ ਤੋਂ ਇੱਕ ਬੈਂਕ ਬੈਲੈਂਸ ਸਰਟੀਫਿਕੇਟ ਲੈ ਲਓ, ਔਰ ਬੈਂਕ ਬੈਲੈਂਸ ਸਰਟੀਫਿਕੇਟ ਇਜ਼ ਮੋਰ ਦੈਨ ਸਫੀਸ਼ੀਐਂਟ ਫॉर ਸਟੂਡੈਂਟ ਵੀਜ਼ਾ ਐਪਲੀਕੇਸ਼ਨ। ਉਹ ਸਿਰਫ ਇਹ ਲਿਖਿਆ ਹੋਏਗਾ ਕਿ ਅਗਰ ਤੁਹਾਡੇ ਪੇਰੈਂਟ ਦੇ ਨੇਮ 'ਤੇ ਹੈ ਤਾਂ ਪੇਰੈਂਟ ਦਾ ਨੇਮ ਹੈ ਔਰ ਉਹਨਾਂ ਦਾ ਅਕਾਊਂਟ ਨੰਬਰ ਹੈ ਔਰ ਉਹਨਾਂ ਦੇ ਅਕਾਊਂਟ ਇਸ ਟਾਈਮ ਇੰਨੇ ਸੇਵਿੰਗਸ ਹੈ ਔਰ ਇਸ ਟਾਈਪ ਦਾ ਅਕਾਊਂਟ ਹੈ। ਸੋ ਇਹ 3-4 ਚੀਜ਼ਾਂ ਉਹ ਬੈਂਕ ਅਫੀਸ਼ੀਅਲ ਸਟੈਂਪ ਕਰਕੇ ਦੇ ਦੇਣਗੇ ਔਰ ਦੈਟ ਵੁੱਡ ਬੀ ਮੋਰ ਦੈਨ ਸਫੀਸ਼ੀਐਂਟ ਟੂ ਸੈਟਿਸਫਾਈ ਕਿ ਉਹਨਾਂ ਕੋਲ ਫੰਡਸ ਹੈਗਾ। you know in that case it doesn't really matter कि वो कितने old funds हैं, but still उन को जो funds है वो अच्छा है कि अगर वो पुराने हों एकदम, अगर large amount अगर वो अपने बैंक accounts deposit करा रहे तो visa officers are always they are always have the discretionary power to check if they want to, so वो फिर वो questions आ जाएगा, but from your side you always should prepare the genuine funds to support the visa application. Yes. ਤੇ ਇੱਕ ਸਾਨੂੰ ਕੁਐਸਚਨ ਆਇਆ ਸੀ ਨਵਦੀਪ ਜੀ ਕਿ ਕੋਈ ਲੜਕਾ ਹੈ ਉਹ ਆਰਮੀ 'ਚ ਹੈ ਬੰਦਾ, ਉਹਦੀ ਵਾਈਫ ਨੇ ਮੇਰੇ ਖਿਆਲ ਬੈਂਡ ਵੀ ਅੱਛੇ ਆਏ ਹੋਏ ਆ 6.5+ ਆਏ ਹੋਏ ਆ ਬੈਂਡ, ਤੇ ਉਹਨਾਂ ਦਾ ਇੱਕ ਬੱਚਾ, ਉਹਨਾਂ ਨੇ ਫਾਈਲ ਲਗਾਈ ਸੀ 2 ਵਾਰ ਤੇ ਦੋਨੇ ਵਾਰ ਉਹ ਫਾਈਲ ਰਿਜੈਕਟ ਹੋ ਗਈ, ਪਰਪਸ ਆਫ ਵਿਜ਼ਿਟ ਹੀ ਆਇਆ ਸੀ ਉਹਦੇ ਵਿੱਚ। ਉਹ ਕਹਿ ਰਹੀ ਸੀ ਕਿ ਮੈਂ ਤੀਜੀ ਵਾਰ ਲਗਾ ਸਕਦਾ। ਦੇਖੋ ਪਹਿਲਾਂ ਤਾਂ ਇਹ ਦੇਖਣਾ ਹੋਏਗਾ ਕਿ ਉਹਨਾਂ ਦਾ ਪ੍ਰੋਫਾਈਲ ਕੀ ਹੈ ਐਗਜ਼ੈਕਟਲੀ, ਕਿ ਉਹਨਾਂ ਦੇ ਇੰਡੀਆ 'ਚ ਕੀ ਕੁਆਲੀਫਿਕੇਸ਼ਨ ਹੈ ਔਰ ਕਿਸ ਪ੍ਰੋਗਰਾਮ ਲਈ ਉਹ ਜਾਣਾ ਚਾਹ ਰਿਹਾ ਹੈ। अगर उनका IELTS स्कोर लेट्स प्रज्यूम कि 6.5 नॉट लेस दैन 6 है तो IELTS स्कोर तो ठीक है। मैं सिर्फ ये पूछना चाहूँगा कि उन्होंने बैचलर द स्ट्रीम की है, की सब्जेक्ट्स उन्होंने पढ़े इंडिया या मास्टर्स हैं, जो भी उन्होंने एजुकेशन है और किस प्रोग्राम लिए वो जाना चाह रहे हैं, और उन्होंने SOP में देखनी चाहूँगा कि उन्होंने किस तरह एक्सप्लेन किया कि वो बेबी वगैरह नाल लेके जाना चाह रहे हैं कि नहीं। ये भी रीजन हो सकता, बेबी लिखा हुआ सी उन्होंने कि बेबी नहीं पे ਅਸੀਂ ਬਾਅਦ 'ਚ ਭੇਜਾਂਗੇ ਜਾਂ नहीं वो भी एक वो डिपेंड करता है कि बेबी दी एज की है। अगर ऑब्वियसली बेबी दी एज यंग है और अगर एक मॉम स्टडी करने लिए जा रही है तो इट्स गोना बी डिफिकल्ट फॉर हर आल्सो टू फोकस ऑन स्टडीज। बेबी ਦੀ ਉਮਰ 3 ਸਾਲ ਦੇ ਕਰੀਬ ਹੈ। बेबी ਦੀ ਉਮਰ 3 ਸਾਲ ਹੈ ਤਾਂ ऑब्वियसली ਉਹਦੇ ਲਈ ਕੇਅਰ ਚਾਹੀਦੀ ਹੈ। ਕਈ ਵਾਰ ਇਹ ਹੁੰਦਾ ਕਿ ਆਪਾਂ ਉੱਥੇ ਜੋ ਡੇ ਕੇਅਰ ਸਕੂਲਸ ਹੈ ਤਾਂ ਉਹਦੇ 'ਚ ਵੀ ਆਪਾਂ ਰਜਿਸਟ੍ਰੇਸ਼ਨ ਕਰਾ ਕੇ ਡੇ ਕੇਅਰ ਉਹ ਦੇਖ ਸਕਦੇ ਆ। ਬਟ ਅਗਰ ਆਈ ਥਿੰਕ ਇਟਸ ਬੈਟਰ ਕਿ ਅਗਰ ਤੁਸੀਂ ਇੰਡੀਆ ਉਹਨਾਂ ਨੂੰ ਆਪਣੀ ਐਕਸਟੈਂਡਡ ਫੈਮਿਲੀ ਕੋਲ ਛੱਡ ਦਿਓ, ਕਿਉਂਕਿ ਉਹਨਾਂ ਦੇ ਫਾਦਰ ਹੈ ਔਰ ਉਹਨਾਂ ਦੇ ਐਕਸਟੈਂਡਡ ਫੈਮਿਲੀਜ਼ ਹੈ, ਤਾਂ ਉਹ ਸਾਰੇ ਉਹਨਾਂ ਦੀ ਜ਼ਿਆਦਾ ਅੱਛੀ ਟੇਕ ਕੇਅਰ ਕਰ ਸਕਦੇ ਰੈਦਰ ਦੈਨ ਟੇਕਿੰਗ ਦੀ ਚਾਈਲਡ ਅਲੋਂਗ ਟੂ ਕੈਨੇਡਾ ਐਂਡ ਪੇਇੰਗ ਦੀ ਐਡੀਸ਼ਨਲ ਅਮਾਊਂਟ ਆਫ ਫੀਸ। ਸੋ ਯੈਸ। ਤੇ ਨਵਦੀਪ ਜੀ ਆਪਾਂ ਫੰਡਸ 'ਤੇ ਗੱਲ ਕਰ ਰਹੇ ਸੀਗੇ, ਫੰਡਸ ਲਈ ਕੀ ਡਾਕੂਮੈਂਟ ਰਿਕੁਆਇਰ ਹੁੰਦੇ ਨੇ ਜੀ? ਸੋ ਫੰਡਸ ਦੇ ਲਈ ਬੇਸਿਕਲੀ ਸਟੂਡੈਂਟਸ ਨੂੰ ਓਬਵੀਅਸਲੀ ਅਗਰ ਉਹਨਾਂ ਨੇ 1 ਈਅਰ ਦੀ ਫੀਸ ਪੇ ਕਰ ਰਹੇ ਤਾਂ ਪੇਮੈਂਟ ਟਿਊਸ਼ਨ ਫੀ ਪੇਮੈਂਟ ਰਿਸਿਪਟ और GIC सर्टिफिकेट ਉਹਨਾਂ ਕੋਲ ਹੋਣਾ ਚਾਹੀਦਾ। एडिशनली GST सर्टिफिकेट होना ज़रूरी नहीं है, बट अगर SDS के अंडर अप्लाई कर रहे तो ऑब्वियसली दे मस्ट हैव इट। एडिशनली अगर उन्होंने को एडिशनल फंड्स है अगर वो दिखाना चाह रहे हैं, मे बी लेट्स से कि कोई एज्ड एप्लीकेंट है 35 ईयर्स ओल्ड है या उन्होंने अगे मैरिड है एंड पिछे चिल्ड्रन भी है राइट, उस केस ਦੇ ਵਿੱਚ आई वुड हाईली रैकमेंड कि वो एडिशनल अमाउंट दिखाओ, क्योंकि ਉਹਨਾਂ ਨੂੰ ਪਿੱਛੇ ਕੋਈ स्पॉन्सर करने वाला नहीं होएगा हाईली लाइकली, बिकॉज उनकी एज 35 है तो मोस्टली ये होता कि पेरेंट्स ऑलरेडी रिटायर्ड है और यू आर मैरिड एंड 35-year-old स्टूडेंट्स मोस्टली they just want to migrate, so they do not find any substantial sponsors in the family, so they do not find any solid sponsors in the family, so in that case यही है कि वो अपनी ज़्यादा से ज़्यादा सेविंग्स दिखाओ। वैन इन टर्म्स ऑफ सेविंग्स की डॉक्यूमेंट्स वो दिखा सकते हो, वो बैंक बैलेंस सर्टिफिकेट अगेन वो दिखा सकते हो, बैंक बैलेंस सर्टिफिकेट इशू करेगा वो तो एज ए ऑलरेडी एक्सप्लेन कि वो सिंपल डॉक्यूमेंट है, सो वो बैंक ने स्टैंप किया होना चाहिए। अगर वो बैंक स्टेटमेंट लगाना चाह रहा है फॉर लास्ट 4 to 6 months, सो वो बैंक स्टेटमेंट्स उन्होंने यही रिक्वेस्ट है कि वो बैंक तो स्टैंप होनी चाहिए, दैट्स वेरी इंपॉर्टेंट। कई बार आप ऑनलाइन नेट बैंकिंग डाउनलोड करके अपलोड कर दें, so that is not acceptable by the High Commission, so because they cannot trust that document, so it is highly recommended please go to the bank and ask them to stamp the bank statements and then submit the scanned copy.
ਨਵਦੀਪ ਜੀ ਤੁਸੀਂ ਸਾਡੇ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਯੂ ਮੋਸਟ ਵੈਲਕਮ। ਥੈਂਕ ਯੂ ਦੋਸਤੋ। ਜੇ ਤੁਹਾਡੇ ਵੀ ਕੋਈ ਕੁਐਸਚਨ ਜਾਂ ਕੁਐਰੀ ਹੈ ਤੁਸੀਂ ਥੱਲੇ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ। ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਧੰਨਵਾਦ। ਥੈਂਕ ਯੂ।